गुरु जी। सारे वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की खालसा वाहिगुरू जी की फतेह। वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह जी। हाय खालसा आपदे वाहिगुरू जी का खालसा वाहिगुरू जी की फतेह। 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 वाहिगुरू जी का ਵਾਹਿ ਖਾਲਸਾ ਵਾਹਿ ਫਤਿਹ। ਤੇ ਵਧੀਆ ਦਿਨ ਚੜਿਆ, ਕਿੰਨੇ ਗੁਰੂ ਪਿਆਰਿਆਂ ਦੇ ਦਰਸ਼ਨ ਹੋ ਗਏ। ਹੋਰ ਸਭ ਚੜ੍ਹਦੀ ਕਲਾ ਚੋ ਕਿਰਪਾ ਜੀ ਚੜ੍ਹਦੀ ਕਲਾ ਜੀ। ਮੌਜਾਂ ਮਾਣੀ ਜਾਂਦੇ ਉਸ ਰੱਬ ਦੀਆਂ ਦਿੱਤੀਆਂ ਕਿ ਨਹੀਂ? ਸ਼ੁਕਰ ਹੈ ਮਾਤਾ। ਦੇਖੋ ਕਿੱਡਾ ਸੋਹਣਾ ਜੀਵਨ ਹੈ ਨਾ ਕਿ ਉਹ ਇੱਕ ਤੋਂ ਅਨੇਕ ਹੋ ਕੇ ਪਸਰਿਆ ਤੇ ਸਾਨੂੰ ਸਭਨਾਂ ਦੇ ਰੰਗ 'ਚ ਪਸਰ ਕੇ ਤੇ ਮੌਕਾ ਦਿੱਤਾ ਉਹਨੇ ਇਹਨਾਂ ਨੂੰ ਮੰਨਣ ਦਾ, ਪ੍ਰੇਮ ਕਰਨ ਦਾ, ਗੁਣਾਂ ਦੀ ਕਮਾਈ ਕਰਨ ਦਾ। ਇਹ ਮਾਇਆ ਦੀ ਖੇਡ ਜਿਹੜੀ ਏ, ਇਹਨੂੰ ਖੇਡ ਵਾਂਗੂ ਖੇਡਣ ਦਾ। ਤੇ ਬੇਅੰਤ ਖੂਬਸੂਰਤੀਆਂ ਨੇ, ਬੇਅੰਤ ਬਖਸ਼ਿਸ਼ਾਂ ਨੇ। ਬਸ ਤਗੜੇ ਹੋ ਕੇ ਮਾਣੋ ਤੇ ਅੰਦਰੋਂ ਤੇ ਆਪੇ ਵਾਹਿਗੁਰੂ ਨਿਕਲਣਾ ਹੀ ਹੈ ਜਦੋਂ ਮਾਣੋਗੇ। ਆਪਣੇ ਆਪ ਬਲਹਾਰ ਜਾਣ ਨੂੰ ਵੀ ਜੀ ਕਰਨਾ। ਸਾਡੀ ਆਵਾਜ਼ ਆਉਂਦੀ ਪਈ ਸਾਰਿਆਂ ਤੱਕ? ਹਾਂਜੀ ਆਉਂਦੀ। ਸਾਡੇ ਉਹ ਸਿੰਘ ਕਿੱਥੇ ਨੇ ਜਿਨ੍ਹਾਂ ਦਾ ਨਾਮ ਉਹ ਭਲਵਾਨਾਂ ਵਾਲਾ ਹੈ, ਦਾਰਾ ਸਿੰਘ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਉਹ ਤੁਸੀਂ ਤੇ ਦੇਵਤੇ ਬੜੇ ਇਕੱਠੇ ਕਰਕੇ ਬੈਠੇ। ਸ਼ਿਵ ਇੰਦਰਜੀਤ ਸਿੰਘ ਜਿਨਨੇ ਸ਼ਿਵ ਨੂੰ ਵੀ ਜਿੱਤ ਲਿਆ, ਇੰਦਰ ਨੂੰ ਵੀ ਜਿੱਤ ਲਿਆ। ਇਹ ਤੇ ਦੋ ਸ਼ਕਤੀਆਂ ਨੂੰ ਜਿੱਤਣਾ ਹੈ, ਮੌਤ ਨੂੰ ਵੀ ਜਿੱਤ ਲੈਣਾ ਤੇ ਇੰਦਰੀਆਂ ਨੂੰ ਵੀ ਜਿੱਤ ਲੈਣਾ। ਇਹ ਤੇ ਬੜਾ ਸੋਹਣਾ ਨਾਮ ਹੈ। ਇਹ ਕਿਹਨੇ ਰੱਖਿਆ ਸੀ? ਪਿਤਾ ਜੀ ਨੇ ਰੱਖਿਆ ਸੀ ਜੀ। ਅਸੀਂ ਇਸ ਤੇ ਇੱਥੇ ਖਾਸ ਦਿਨ ਤੁਹਾਨੂੰ ਆਲਰੇਡੀ ਦੇਖੋ। ਪੁਰਾਣੇ ਗੁਰਸਿੱਖ ਬੜੇ ਬੜੇ ਸੋਹਣੇ ਨਾਮ ਰੱਖਦੇ ਸੀ। ਹੁਣ ਹੀ ਥੋੜਾ ਜਿਹਾ ਪਹਿਰਾ ਲੱਗਾ ਹੈ। ਅਜੇ ਵੀ ਕਈ ਗੁਰਸਿੱਖ ਬਹੁਤ ਪ੍ਰੇਮ ਵਾਲੇ ਨਾਮ ਰੱਖਦੇ ਨੇ। ਹੋਰ ਫੌਜਾਂ ਨੂੰ ਜੀਵਨ 'ਚ ਚੱਲਦਿਆਂ ਕਿਤੇ ਅੜਚਣ ਆਉਂਦੀ ਏ? ਹਾਂਜੀ ਖਾਲਸਾ ਜੀ, ਅੜਚਣਾ ਤਾਂ ਬਹੁਤ ਨੇ, ਪਰ ਗੁਰੂ ਸਾਹਿਬ ਦੀ ਕਿਰਪਾ ਕਰਕੇ ਜਦੋਂ ਦੀ ਆਪ ਜੀ ਦੀ ਸੰਗਤ ਮਿਲੀ ਆ ਉਹ ਅੜਚਣਾ ਦਿਸਣ ਲੱਗ ਪਈਆਂ। ਮਹਾਰਾਜ ਨੇ ਦਇਆ ਕੀਤੀ ਤੇ ਜਿਸ ਤਰ੍ਹਾਂ ਤੁਸੀਂ ਅਕਸਰ ਕਥਾ ਦੇ ਵਿੱਚ ਕਹਿੰਦੇ ਹੋ ਕਿ ਬਾਕੀ ਤਾਂ ਜ਼ਿਆਦਾ ਸਾਰੇ ਇਹੀ ਕਹਿੰਦੇ ਆ ਚੜ੍ਹਦੀ ਕਲਾ, ਪਰ ਚੜ੍ਹਦੀ ਕਲਾ 'ਚ ਸਾਰੇ ਸਿੰਘ ਵਧੀਆ। ਪਰ ਤੁਸੀਂ ਜਦੋਂ ਸ਼ੀਸ਼ਾ ਦਿਖਾਇਆ ਤੇ ਮਨ ਵਿੱਚ ਉਸ ਨੂੰ ਅਸਲੀਅਤ ਪਤਾ ਲੱਗੀ ਕਿ ਅਸੀਂ ਹੈ ਕੀ, ਤੇ ਮਹਾਰਾਜ ਨੇ ਕਿਰਪਾ ਕੀਤੀ। ਹੌਲੀ ਹੌਲੀ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ, ਆਪ ਜੀ ਦੇ ਆਸ਼ੀਰਵਾਦ ਸਦਕਾ ਹੁਣ ਔਗਣ ਦਿਸ ਰਹੇ ਨੇ। ਤੇ ਜੋ ਆਪ ਜੀ ਅਭਿਆਸ ਦੱਸਦੇ ਹੋ, ਮਹਾਰਾਜ ਦੀ ਕਿਰਪਾ ਸਦਕਾ ਉਹਨਾਂ ਨੂੰ ਕਮਾਉਣ ਦੀ ਕੋਸ਼ਿਸ਼ ਕਰਦੇ। ਇਹ ਖੇਡ ਬੜੀ ਅਸਚਰਜ ਹੈ ਨਾ। ਅਸੀਂ ਰਾਤੀ ਹੱਸਦੇ ਹਾਂ ਸੰਗਤ ਨਾਲ ਬੈਠੇ ਕਿ ਗੁਰੂ ਮਹਾਰਾਜ ਬੜੀ ਦੇਰ ਤੋਂ ਸਾਨੂੰ ਸਭਨਾਂ ਨੂੰ ਬੇਅੰਤ ਰੰਗ ਸਿਖਾਉਂਦੇ ਨੇ ਤੇ ਉਹ ਅਸੀਂ ਸਿੱਖਦੇ ਨਹੀਂ, ਅਸੀਂ ਗਾ ਵੀ ਲੈਂਦੇ ਹਾਂ ਕਈ ਵਾਰ। ਗੱਲ ਚੱਲਦੀ ਸੀ ਕਿ ਅੱਜ ਤੋਂ ਕਈ ਸਾਲ ਪਹਿਲਾਂ ਬਲੈਕ ਪਲੇਗ ਆਈ ਸੀ ਕਿਸੇ ਯੂਰਪੀਅਨ ਕੰਟਰੀ ਦੇ ਵਿੱਚ, ਤੇ ਉਦੋਂ ਵੀ ਇੱਦਾਂ ਦਾ ਪਹਿਰਾ ਲੱਗਾ ਸੀ ਕਿ
ਮਾਤਾ ਪਿਤਾ ਨੇ ਬੱਚੇ ਜਾਂ ਬੱਚਿਆਂ ਨੇ ਮਾਤਾ ਪਿਤਾ ਪਰਿਵਾਰ ਹੀ ਛੱਡਤਾ ਸੀ ਕਿ ਨਹੀਂ, ਉਹਨਾਂ ਦੀਆਂ ਦੇਹਾਂ ਨੂੰ ਸੰਸਕਾਰ ਤੱਕ ਜਾਂ ਹੱਥ ਹੀ ਨਹੀਂ ਕੋਈ ਲਾਉਂਦਾ। ਗੁਰੂ ਮਹਾਰਾਜ ਤੇ ਬੜੇ ਚਿਰ ਦੇ ਕਹਿੰਦੇ ਕਿ ਮਾਇਆ ਸਨ ਬੰਦੇ ਹੀ ਨੇ, ਇਹ ਸਾਰੇ ਆਪਣੇ ਸੁੱਖ ਕਰਕੇ ਇੱਕ ਦੂਜੇ ਦੇ ਨਾਲ ਜੁੜੇ ਨੇ। ਤੇ ਚਲੋ ਗੋਰਿਆਂ ਦੀ ਦੁਨੀਆ ਦੇ ਵਿੱਚ ਉਦੋਂ, ਇਹ ਅੱਜ ਤੋਂ ਕਈ ਸਾਲ ਪਹਿਲਾਂ ਦੀ ਬਾਤ ਇੱਦਾਂ ਹੋਈ। ਤੇ ਹੁਣ ਜਿਵੇਂ ਆ ਕਰੋਨਾ ਆਇਆ ਏ, ਤੇ ਹੁਣ ਜਿੱਦਾਂ ਕਈ ਵਾਰ ਹੁਣ ਵੀ ਉਹ ਇੰਨੇ ਪੈਨਿਕ ਹੋ ਗਏ, ਇੰਨੇ ਡਰ ਗਏ ਕਈ ਜੀ ਕਿ ਉਹਨਾਂ ਨੇ ਆਪਣੀ ਜਿਹੜੇ ਪਰਿਵਾਰ ਦੀਆਂ ਦੇਹਾਂ ਹੀ ਉਹ ਹੀ ਲੈਣੀਆਂ ਜਿਹੜੀਆਂ ਉਹ ਬੰਦ ਕਰ ਦਿੱਤੀਆਂ। ਤੇ ਅਸੀਂ ਹੱਸਦੇ ਹਾਂ ਕਿ ਗੁਰੂ ਮਹਾਰਾਜ ਬੜੇ ਚਿਰ ਦੇ ਕਹਿੰਦੇ ਸੀ ਕਿ ਸਭ ਇਦਾਂ ਹੀ ਖੇਡ ਹੁੰਦੀ, ਜਿੰਨੀ ਦੇਰ ਤੱਕ ਤੁਹਾਡੇ ਅੰਦਰੋਂ ਉਹ ਪਰਮਾਤਮਾ ਦਾ ਇੱਕ ਰੰਗ ਹੈ, ਪ੍ਰੇਮ ਰੂਪ, ਦਇਆ ਰੂਪ, ਇਹ ਸਭ ਉਹਦੇ ਰੰਗ ਨੇ, ਉਹਦੇ ਗੁਣ, ਉਹਦਾ ਜਿਹੜਾ ਗੁਣਾਤਮਕ ਰੂਪ ਹੈ ਉਹ ਬਹੁਤ ਖੂਬਸੂਰਤ ਹੈ, ਉਹ ਆਪ ਜੀ ਦੇ ਅੰਦਰੋਂ ਪ੍ਰਗਟ ਹੁੰਦਾ। ਤੇ ਜਿਵੇਂ ਹੀ ਹਮੇਸ਼ਾ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਉਹਦੇ ਗੁਣਾਤਮਕ ਸਰੂਪ ਦਾ ਹੀ ਦਰਸ਼ਨ ਹੁੰਦਾ। ਅਸੀਂ ਉਹਦੇ ਆਸ਼ਿਕ ਵੀ ਉਦੋਂ ਹੀ ਹੁੰਨੇ ਜਦੋਂ ਸਾਨੂੰ ਉਹਦਾ ਕੋਈ ਗੁਣ ਦਿਖ ਪੈਂਦਾ। ਇਸ਼ਕ ਦੀ ਸਾਰੀ ਖੇਡ ਗੁਣ ਤੇ ਖਲੋਤੀ ਹੁੰਦੀ, ਪ੍ਰੇਮ ਦੀ, ਅਦਬ ਦੀ, ਇਹ ਸਭ ਗੁਣ ਤੇ ਖਲੋਤੀਆਂ ਨੇ। ਤੇ ਅਸੀਂ ਉਹ ਹੱਸਦੇ ਹੀ ਕਿ ਗੁਰੂ ਮਹਾਰਾਜ ਨੇ ਜਿਹੜਾ ਹੈ ਉਹ ਗੁਣ ਪ੍ਰਗਟ ਹੋ ਜੇ ਉਹਦੇ ਵਾਸਤੇ ਬੜੀ ਸੋਹਣੀ ਖੇਡ ਰਚੀ ਹੈ। ਪਰ ਗੁਣ ਪ੍ਰਗਟ ਨਹੀਂ ਨੇ, ਪਰ ਉੱਦਾਂ ਹੀ ਕਹਿੰਦੇ ਆ ਕਿ ਨਹੀਂ, ਫਲਾਣਾ ਫਲਾਣੇ ਨੂੰ ਉਹਨੇ ਆਪਣੇ ਪਰਿਵਾਰ ਦੇ ਜੀ ਨੂੰ ਛੱਡਤਾ, ਉਹਨੇ ਉਹ ਸਵਾਰਥੀ ਏ, ਉਹ ਸੁਖੀ। ਤੇ ਸਤਿਗੁਰੂ ਕਹਿੰਦੇ ਨੇ ਵਿਰਲੇ ਨੇ ਕੋਈ ਜਿਹੜੇ ਇਹਨਾਂ ਚੀਜ਼ਾਂ ਤੋਂ ਪਾਰ ਨੇ। ਅਸੀਂ ਹੱਸ ਰਹੇ ਹੀ ਕਿ ਸਾਰਿਆਂ ਨੂੰ ਇਹ ਜਿਹੜੀ ਚੀਜ਼ ਹੈ ਨਾ, ਉਹਨਾਂ ਨੂੰ ਲੱਗਦਾ ਕਿ ਉਹ ਜਿਹੜੇ ਵਿਰਲੇ ਆ ਨਾ ਉਹ ਅਸੀਂ ਆ। ਅਸੀਂ ਆਪਣੇ ਬੱਚਿਆਂ ਨਾਲ ਇਦਾਂ ਨਹੀਂ ਕਰਦੇ, ਜਾਂ ਅਸੀਂ ਆਪਣੇ ਪਰਿਵਾਰ ਨਾਲ ਸਵਾਰਥ ਕਰਕੇ ਨਹੀਂ ਜੁੜੇ। ਤੇ ਹੈਰਾਨੀ ਦੀ ਗੱਲ ਹੈ ਕਿ ਸਾਰਿਆਂ ਨੂੰ ਹੀ ਲੱਗਦਾ। ਤੇ ਗੁਰੂ ਮਹਾਰਾਜ ਦੇ ਕੋਲ ਬੈਠੀਏ, ਸਮਝ ਆਵੇ ਬਾਤ ਦੀ, ਆਪਣੇ ਮਨ ਨੂੰ ਗਹਿਰਾ ਖੋਜੀਏ, ਤੇ ਫਿਰ ਖੇਡ ਸਮਝ ਆਵੇ ਤੇ ਖੇਡ ਨੂੰ ਖੇਡਣਾ ਸ਼ੁਰੂ ਕਰੀਏ, ਤੇ ਫਿਰ ਬਾਤ ਬਣਦੀ। ਨਹੀਂ ਤੇ ਅਸੀਂ ਗੁਰੂ ਪਿਤਾ ਨੂੰ ਸੁਣਦੇ ਰਹਿੰਦੇ ਆ, ਗਾਉਂਦੇ ਰਹਿੰਦੇ ਆ, ਪਰ ਜਿਹੜਾ ਉਹ ਰੰਗ ਹੈ ਨਾ ਉਹ ਧਾਰਨ ਨਹੀਂ ਹੁੰਦਾ। ਗੁਰੂ ਨੂੰ ਹਿਰਦੇ 'ਚ ਜਾਂ ਆਪਣੇ ਜੀਵਨ 'ਚ ਉਨੀ ਜਗ੍ਹਾ ਦਿੰਦੇ ਨਹੀਂ। ਤੇ ਸਤਿਗੁਰੂ ਵੀ ਡਾਢਾ ਹੈ, ਜਿੰਨੀ ਦੇਰ ਤੱਕ ਅਸੀਂ ਉਹਨੂੰ ਪੂਰੀ ਰੂਪ ਦੇ ਵਿੱਚ ਕਹਿੰਦੇ ਨਹੀਂ ਕਿ ਆ ਮੇਰੇ ਹਿਰਦੇ 'ਚ ਬਹਿ, ਉਨੀ ਦੇਰ ਤੱਕ ਉਹ ਵੀ ਨਹੀਂ ਆਉਂਦਾ ਹੈ ਨਾ। ਉਹ ਆਪ ਜੀ ਨਾਲ ਧੱਕੇਸ਼ਾਹੀ ਕਰਦਾ ਨਹੀਂ। ਉਹਦੀ ਇੱਕ ਬੜੀ ਪਿਆਰ ਦੀ ਖੇਡ ਹੈ ਕਿ ਜੇ ਦਿਨ ਤੁਸੀਂ ਪੂਰੇ ਰੰਗ 'ਚ ਉਹਨੂੰ ਆਵਾਜ਼ ਮਾਰਦੇ ਆ, ਉਸ ਦਿਨ ਉਹ ਆ ਜਾਂਦਾ। ਨਹੀਂ ਤੇ ਮਨੁੱਖ ਸਾਰੀ ਉਮਰ ਆਪਣੀ ਕੁਝ ਨਾ ਕੁਝ ਬਣਾਵਟ 'ਚ ਹੀ ਰਹਿੰਦਾ, ਆਪਣੀ ਇਮੇਜ ਦੀ ਸਿਰਜਣਾ ਕਰਦਾ ਰਹਿੰਦਾ। ਜੇ ਕੋਈ ਧਾਰਮਿਕ ਜਗਤ ਦਾ ਮਨੁੱਖ ਲਾ ਲਓ, ਜਿਹੜਾ ਧਰਮੀ, ਉਹ ਵੀ ਬਸ ਆਪਣੀ ਧਾਰਮਿਕ ਇਮੇਜ ਜਿਹੜੀ ਹੈ ਉਹਨੂੰ ਬਣਾਉਂਦਾ ਰਹਿੰਦਾ, ਉਹਨੂੰ ਸਿਰਜਦਾ ਰਹਿੰਦਾ, ਬਸ ਉਹਦੇ ਤੇ ਹੀ ਬਾਤਾਂ ਪਾਉਂਦਾ ਰਹਿੰਦਾ, ਦਿਖਾਵਾ ਕਰਦਾ ਰਹਿੰਦਾ। ਜਿਹੜਾ ਅੰਦਰੋਂ ਪਰਮਾਤਮਾ ਦਾ ਰੰਗ ਹੈ, ਅਸਲ 'ਚ ਉਹਨੂੰ ਪਾਉਣਾ ਧਰਮ ਹੈ ਕਿ ਕਿਵੇਂ ਉਹ ਗੁਣ ਰੂਪ ਅੰਦਰ ਖਿੜਿਆ, ਕਿਵੇਂ ਉਹ ਪ੍ਰਗਟ ਹੋਇਆ, ਕਿਵੇਂ ਉਹਨੇ ਰੰਗ ਬਣਾਏ। ਉਹ ਤੇ ਇੱਕ ਜਗ੍ਹਾ ਹੈ ਜਿੱਥੇ ਪ੍ਰੇਮ ਉਤਪੰਨ ਹੋਵੇ, ਦਇਆ ਉਤਪੰਨ ਹੋਵੇ, ਤੇ ਉਹ ਇੱਕ ਵਹਿਣ ਹੈ ਜੀਵਨ ਦਾ, ਇੱਕ ਧਾਰਾ ਹੈ। ਤੇ ਜਦੋਂ ਉਹਨੂੰ ਮਨੁੱਖ ਮਾਣੇ ਤੇ ਉਦੋਂ ਕਹਿ ਉੱਠਦਾ ਹੈ ਕਿ ਤੂੰ ਬਹੁਤ ਪਿਆਰਾ ਹੈ, ਤੂੰ ਬਹੁਤ ਡਾਢਾ ਹੈ। ਤੇ ਬਾਕੀ ਇਹ ਹੈ ਕਿ ਕਮਾਉਣੀਆਂ ਪੈਂਦੀਆਂ, ਇਹ ਖੇਡਾਂ ਖੇਡਣੀਆਂ ਪੈਂਦੀਆਂ। ਇਸ਼ਕ ਦੀ ਦੁਨੀਆ ਇਦਾਂ ਦੀ ਹੁੰਦੀ, ਇਹਦੇ ਤੇ ਬਲਹਾਰ ਜਾਣਾ ਹੀ ਪੈਂਦਾ। ਕਈ ਵਾਰ ਗੁਰਸਿੱਖ ਕਹਿ ਦਿੰਦੇ ਕਿ ਫਲਾਣੇ ਸਿੰਘ ਖਾਲਸਾ ਜੀ ਇਦਾਂ ਕਰਦੇ, ਤੇ ਅਸੀਂ ਹੱਸਦੇ ਹੁੰਨੇ ਕਿ ਅਸੀਂ ਵੀ ਕਰਦੇ ਹੁੰਨੇ ਹੀ ਯਾਰ, ਕੋਈ ਗੱਲ ਨਹੀਂ। ਸ਼ੁਰੂ 'ਚ ਸਮਝ ਕਿੱਥੇ ਹੁੰਦੀ ਹੈ, ਸ਼ੁਰੂ 'ਚ ਤੇ ਇੰਨਾ ਹੀ ਹੁੰਦਾ ਕਿ ਅਸੀਂ ਬਾਣੇ ਪਾ ਲਏ ਨੇ, ਅਸੀਂ ਜਾਪ ਕਰਦੇ ਹਾਂ, ਅਸੀਂ ਸਿਮਰਨ ਕਰਦੇ ਹਾਂ, ਅਸੀਂ ਸੇਵਾ ਕਰਦੇ ਹਾਂ, ਤੇ ਅਸੀਂ ਗੁਰਸਿੱਖੀ ਸਾਂਭੀ ਸ਼ਾਇਦ ਸਾਰੀ ਅਸੀਂ। ਪਰ ਅਸੀਂ ਭੁੱਲ ਹੀ ਜਾਂਦੇ ਹਾਂ ਕਿ ਉਸ ਪਿਆਰੇ ਦੀ ਜਿਹੜੀ 10 ਜਾਮੇ ਲਾ ਕੇ ਜਿਸ ਸਿੱਖ ਰੰਗ ਨੂੰ ਉਹਨੇ ਰਚਿਆ ਹੈ, ਜਿਸ ਖਾਲਸਾਈ ਰੰਗ ਨੂੰ ਉਹਨੇ ਪ੍ਰਗਟ ਕੀਤਾ ਹੈ, ਉਹਨੂੰ ਕਿਤੇ ਸਾਡੇ ਵਰਗਿਆਂ ਦੀ ਮੁਤਾਜੀ ਥੋੜ੍ਹੀ ਹੈ।
ਇਹ ਤੇ ਕਹਿ ਲਓ ਕਿ ਸਾਡੇ ਤੇ ਤੁੱਠਾ ਏ, ਤਰਸ ਖਾਦਾ ਏ ਕਿ ਅਸੀਂ ਸਿੱਖ ਬਣ ਗਏ। ਤੇ ਪਰ ਅੱਜ ਜਿਹੜੇ ਅਸੀਂ ਬਹੁਤੇ ਆ, ਸਾਨੂੰ ਲੱਗਦਾ ਕਿ ਬਾਕੀ ਸਾਰੇ ਤੇ ਇਦਾਂ ਹੀ ਬਸ ਕੋਈ ਵਿਆਹਾਂ ਤੇ ਨੱਚੀ ਜਾਂਦਾ, ਕੋਈ ਡੀਜੇ ਲਾਈ ਜਾਂਦਾ, ਕੋਈ ਚੁਗਲੀਆਂ ਕਰੀ ਜਾਂਦਾ, ਕੋਈ ਟੀਵੀ ਵੇਖੀ ਜਾਂਦਾ। ਸਿੱਖੀ ਸ਼ਾਇਦ ਅਸੀਂ ਸਾਂਭੀ, ਪਰ ਉਸ ਸਾਹਿਬ ਦੀ ਇਸ ਮਹਾਂ ਰੰਗ ਨੂੰ ਸਾਡੇ ਵਰਗਿਆਂ ਦੀ ਕੋਈ ਮੁਹਤਾਜੀ ਨਹੀਂ। ਇਹ ਤੇ ਮਨੁੱਖ ਨੂੰ ਭਾਗਾਂ ਵਾਲਾ ਆਪਣੇ ਆਪ ਨੂੰ ਸਮਝਣਾ ਚਾਹੀਦਾ ਕਿ ਉਹ ਮਿਹਰਬਾਨ ਹੋ ਗਿਆ, ਉਹ ਟੁੱਟ ਗਿਆ। ਉਹਨੇ ਮੈਲਿਆਂ ਕੁਚੈਲਿਆਂ ਨੂੰ ਜਿਹੜਾ ਇਹ ਆਪਣੇ ਇਸ ਸਿੱਖੀ ਦੇ ਰੰਗ ਨੂੰ ਜਿਹੜਾ ਹੈ ਉਹ ਥੋੜਾ ਰਸਤਾ ਦਿੱਤਾ ਕਿ ਆ ਜਾਓ, ਆਓ ਖਾਲਸੇ ਬਣੀਏ, ਆਓ ਰੰਗ ਨੂੰ ਕਮਾਈਏ, ਆਓ ਪਰਮਾਤਮਾ ਦੇ ਖਾਲਸ ਸਰੂਪ ਨੂੰ ਮਾਣੀਏ। ਤੇ ਨਹੀਂ ਤੇ ਬੇਅੰਤ ਭਰਮ ਭੁਲੇਖੇ ਨੇ। ਪਹਿਲੇ ਪਹਿਲ ਮਨੁੱਖ ਜਿਹੜਾ ਹੈ ਉਹ ਦੂਜੇ ਗੁਨਾਹਗਾਰ ਨੂੰ ਵੇਖ ਕੇ ਤੇ ਆਪਣੇ ਆਪ ਨੂੰ ਜਸਟੀਫਾਈ ਕਰ ਲੈਂਦਾ ਕਿ ਲੈ ਮੈਂ ਤੇ ਇੰਨਾ ਕੀ ਕਰਦਾ, ਉਹ ਤੇ ਮੇਰੇ ਤੋਂ ਵੀ ਮਾੜਾ ਹੈ। ਪਰ ਉਹ ਜਿਵੇਂ ਇੰਗਲਿਸ਼ ਦਾ ਫਰੇਜ਼ ਹੈ ਨਾ ਕਿ 2 wrongs ਜਿਹੜੇ ਨੇ ਉਹ ਇੱਕ ਰਾਈਟ ਨਹੀਂ ਕਰਦੇ, ਰੋਂਗ ਹੀ ਰਹਿੰਦੇ ਨੇ ਦੋਵੇਂ। ਤੇ ਸਤਿਗੁਰੂ ਕਿਰਪਾ ਕਰਨ, ਰਹਿਮਤ ਬਖਸ਼ਣ, ਸਾਰੇ ਜੀ ਅਸੀਂ ਕਮਾਈਏ ਤਗੜੇ ਹੋ ਕੇ। ਤੇ ਬੜੀ ਖੂਬਸੂਰਤੀ ਦੀ ਇਹ ਮਾਰਗ ਏ, ਬਖਸ਼ਿਸ਼ਾਂ ਦਾ ਭਰਿਆ ਏ, ਰਹਿਮਤਾਂ ਦਾ ਭਰਿਆ ਏ। ਕਿਆ ਕਮਾਲ ਦੀਆਂ ਉਹ ਰੰਗ ਨੇ ਸਤਿਗੁਰੂ ਦੇ। ਬਸ ਇੱਕੋ ਇੱਕ ਰੁਕਣਾ ਨਹੀਂ ਜਿੰਨੀ ਦੇਰ ਤੱਕ ਉਹ ਨਾ ਰਹਿ ਜੇ, ਅੱਕਣਾ ਨਹੀਂ ਜਿੰਨੀ ਦੇਰ ਤੱਕ ਉਹ ਨਾ ਆ ਜੇ। ਜਿੰਨੀ ਦੇਰ ਤੱਕ ਤੁਸੀਂ ਹੋ ਬਸ ਚੱਲਦੇ ਰਹਿਣਾ। ਤੇ ਚੱਲਣਾ ਵੀ ਬੜਾ ਖੂਬਸੂਰਤ ਹੈ, ਮੰਨਣਾ ਤੇ ਹੈ। ਜਿਵੇਂ ਹਮੇਸ਼ਾ ਬਾਤ ਕਰਦੇ ਹਾਂ ਕਿ 2 ਤਰ੍ਹਾਂ ਦਾ ਜੀਵਨ ਜਿਹੜਾ ਹੈ ਨਾ ਉਹ ਅਸੀਂ ਧਾਰਨ ਕਰਦੇ ਹਾਂ। ਇੱਕ ਸਾਨੂੰ ਸੰਸਾਰ ਸਿਖਾ ਦਿੰਦਾ ਇੱਧਰੋਂ ਉੱਧਰੋਂ, ਆਹ ਚੰਗਾ ਏ, ਆਹ ਬੁਰਾ ਏ, ਇੱਦਾਂ ਮੇਰੇ ਨਾਲ ਕਰੇ ਤੇ ਚੰਗਾ ਏ, ਇੱਦਾਂ ਮੇਰੇ ਨਾਲ ਕੋਈ ਕਰੇ ਤੇ ਮਾੜਾ ਏ। ਇੱਕ ਗੁਰਮਤਿ ਏ, ਗੁਰੂ ਦਾ ਮਾਰਗ ਏ, ਜਿੱਥੇ ਭਲਾ ਹੈ, ਭਲਾ ਹੀ ਭਲਾ ਏ, ਬੁਰਾ ਹੈ ਹੀ ਕੁਝ ਨਹੀਂ। ਜਿੱਥੇ ਸਾਨੂੰ ਹਰ ਚੀਜ਼ ਬਖਸ਼ਿਸ਼ ਲੱਗਣ ਲੱਗ ਜਾਵੇ, ਜਿੱਥੇ ਇਕੱਲੇ ਫੁੱਲਾਂ 'ਚ ਹੀ ਉਹਦੀ ਰੰਗ ਨਾ ਦਿਖੇ ਕਿ ਫੁੱਲਾਂ ਨੂੰ ਮੇਰੇ ਪਿਆਰੇ ਨੇ ਸਿਰਜਿਆ ਏ, ਇਹਦੀ ਖੁਸ਼ਬੂ ਨੂੰ ਮੇਰੇ ਪਿਆਰੇ ਨੇ ਸਿਰਜਿਆ ਏ। ਜਿੱਥੇ ਕੰਢਿਆਂ ਦੀ ਵੀ ਖੂਬਸੂਰਤੀ ਦਿਖਣੀ ਸ਼ੁਰੂ ਹੋ ਜਾਏ, ਜਿੱਥੇ ਕੰਢੇ ਵੀ ਪਿਆਰੇ ਦੇ ਲੱਗਣ ਨਾ, ਜਿੱਥੇ ਹਰ ਰੰਗ ਉਹਦਾ ਲੱਗੇ, ਹਰ ਖੇਡ ਉਹਦੀ ਲੱਗੇ, ਹਰ ਲੀਲਾ ਉਹਦੀ ਲੱਗੇ, ਜਿੱਥੇ ਦਿਨ ਵੀ ਉਹਦਾ, ਰਾਤ ਵੀ ਉਹਦੀ ਲੱਗੇ। ਜੇ ਆਪ ਜੀ ਨਾਲ ਕੋਈ ਪ੍ਰੇਮ ਕਰਦਾ ਤੇ ਉਹ ਵੀ ਉਹ ਲੱਗੇ ਕਿ ਉਹ ਮਾਂ ਦੇ ਵਿੱਚ ਆ ਕੇ ਪ੍ਰੇਮ ਕਰਦਾ, ਉਹਨੇ ਰਚਨਾ ਰਚੀ ਹੈ। ਤੇ ਜੇ ਕੋਈ ਝਿੜਕ ਵੀ ਮਾਰਦਾ, ਨਫ਼ਰਤ ਵੀ ਕਰਦਾ, ਤੇ ਉੱਥੇ ਵੀ ਲੱਗੇ ਕਿ ਉਹਦਾ ਰੰਗ ਹੈ, ਕੋਈ ਬਖਸ਼ਿਸ਼ ਹੈ। ਅਸੀਂ ਹੈਰਾਨ ਹੁੰਨੇ ਆ ਸ਼ੁਰੂ 'ਚ, ਇਹ ਸਮਝ ਨਹੀਂ ਆਉਂਦੀਆਂ ਹੁੰਦੀਆਂ ਬਾਤਾਂ। ਤੇ ਫਿਰ ਜਦੋਂ ਖੇਡ ਦੇ ਰੰਗ ਨੂੰ ਸਤਿਗੁਰੂ ਨੇ ਸਮਝਾਇਆ ਤੇ ਸਾਨੂੰ ਯਾਦ ਹੈ ਕਿ ਫਿਰ ਕਿਸੇ ਨੇ ਝਿੜਕ ਮਾਰਨੀ, ਨਫ਼ਰਤ ਕਰਨੀ, ਈਰਖਾ ਕਰਨੀ, ਕੋਈ ਬੁਰਾ ਖੇਡ ਕਰਨਾ। ਤੇ ਹੌਲੀ ਹੌਲੀ ਹੁਣ ਵੇਖੀਏ ਤੇ ਹੁਣ ਇੱਦਾਂ ਲੱਗਦਾ ਹੈ ਕਿ ਪਹਿਲੇ ਲੱਗਦਾ ਹੁੰਦਾ ਸੀ ਕਿ ਇਹ ਸੇਵਾ ਹੈ, ਜਾਂ ਸਿੱਖਿਆ ਹੈ, ਜਾਂ ਸੇਵਾ ਹੈ, ਜਾਂ ਸਤਿਗੁਰੂ ਦਾ ਕੋਈ ਖੇਡ ਹੁੰਦਾ, ਆਪ ਜੀ ਤੇ ਬਖਸ਼ਿਸ਼ ਹੁੰਦੀ ਕਿ ਆਪ ਜੀ ਦੇ ਕਿਸੇ ਸੁਭਾਅ ਨੂੰ, ਆਪ ਜੀ ਦੀ ਕਿਸੇ ਮਨੌਤ ਨੂੰ, ਆਪ ਜੀ ਦੀ ਕਿਸੇ ਅਕਲ ਨੂੰ ਉਹ ਪ੍ਰਵਾਨ ਨਹੀਂ ਕਰ ਰਿਹਾ ਹੁੰਦਾ। ਤੇ ਜਦੋਂ ਕੋਈ ਆਪ ਜੀ ਨਾਲ ਨਫ਼ਰਤ ਕਰਦਾ ਤੇ ਅੰਦਰ ਦੀ ਹਉਮੈ ਜਾਗਦੀ, ਪੀੜਾ ਹੁੰਦੀ, ਤੇ ਉਦੋਂ ਸਿੱਖਿਆ ਹੁੰਦੀ ਕਿ ਪੀੜਾ ਨਹੀਂ ਹੋਣੀ ਚਾਹੀਦੀ। ਇਹ ਪੀੜਾ ਹੁੰਦੀ ਕਿਉਂ? ਤੇ ਉਦੋਂ ਬੜੀ ਸੋਹਣਾ ਹੁੰਦਾ ਕਿ ਜਿੰਨੀ ਦੇਰ ਤੱਕ ਤੂੰ ਇਹ ਚੰਗਾ ਚਾਹਣ ਵਾਲਾ ਸੁਭਾਅ ਨਹੀਂ ਨਾ ਛੱਡਦਾ। ਚੰਗਾ ਚਾਹਣਾ ਤੇ ਚੰਗਾ ਹੋਣਾ ਦੋ ਅਲੱਗ-ਅਲੱਗ ਗੱਲਾਂ ਨੇ। ਚੰਗਾ ਚਾਹੁੰਦੇ ਤੇ ਸਾਰੇ ਹੀ ਨੇ, ਪਰ ਚੰਗਾ ਹੋਣ ਦੇ ਮਾਰਗ ਤੇ ਕੋਈ ਵਿਰਲਾ ਚੱਲਦਾ ਏ, ਤੇ ਜਿਹੜਾ ਚੱਲਦਾ ਏ ਉਹਨੂੰ ਹੀ ਸਿੱਖ ਸਤਿਗੁਰੂ ਕਹਿੰਦੇ ਨੇ ਕਿ ਉਹ ਹੀ ਸਿੱਖੀ ਹੈ। ਤੇ ਹੈਰਾਨ ਹੋ ਜਾਈਦਾ ਜਦੋਂ ਪਹਿਲ ਉਹ ਆਪ ਜੀ ਦੇ ਵਾਸਤੇ ਇੱਕ ਰੰਗ ਹੁੰਦਾ, ਆਪ ਜੀ ਤੇ ਰਹਿਮਤ ਹੁੰਦੀ, ਬਖਸ਼ਿਸ਼ ਹੁੰਦੀ। ਜਿਹੜੀ ਪਹਿਲ ਜਿਹਨੂੰ ਨਫ਼ਰਤ ਕਹਿੰਦੇ ਆ ਨਾ, ਉਹ ਦੁੱਖ ਦਾਰੂ ਹੁੰਦਾ। ਤੇ
ਜਦੋਂ ਫਿਰ ਤੁਸੀਂ ਅੱਗੇ ਚਲੇ ਜਾਂਦੇ, ਜਦੋਂ ਉਸ ਰੰਗ ਨੂੰ ਪੜਾਅ ਨੂੰ ਪਾਰ ਕਰ ਜਾਂਦੇ, ਉਸ ਰੰਗ ਨੂੰ ਪਾਰ ਕਰ ਜਾਂਦੇ, ਤੇ ਫਿਰ ਇੱਕ ਸਮਾਂ ਆਉਂਦਾ ਏ, ਫਿਰ ਕੋਈ ਇੱਦਾਂ ਹੋਵੇ ਤੇ ਫਿਰ ਸੇਵਾ ਹੁੰਦੀ, ਫਿਰ ਸਿਰਫ ਤੇ ਸਿਰਫ ਸੇਵਾ ਹੁੰਦੀ, ਬੜੀ ਖੂਬਸੂਰਤ ਸੇਵਾ ਹੁੰਦੀ। ਫਿਰ ਲੱਗਦਾ ਏ ਕਿ ਸਤਿਗੁਰੂ ਵਾਕਈ ਉਹ ਜਿਹੜਾ ਕਹਿੰਦੇ ਨੇ ਨਾ ਕਿ ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਇਹ ਵਾਕਈ ਸਭ ਭਲਾ ਹੈ। ਜੇ ਉਹ ਸਤਿਗੁਰੂ ਸਭਨਾਂ ਦਾ ਭਲਾ ਮਨਾਉਂਦਾ ਹੈ ਤੇ ਵਾਕਈ ਮਨਾਉਂਦਾ ਹੈ। ਉਹਨੇ ਰਚਨਾ ਬਹੁਤ ਖੂਬਸੂਰਤ ਰਚੀ ਹੈ। ਤੇ ਬਸ ਉਹ ਤਗੜੇ ਹੋ ਕੇ ਆਪਣੀ ਜਿਹੜੀ ਇੱਧਰੋਂ ਸੰਸਾਰ ਤੋਂ ਮੱਤ ਧਾਰਨ ਕੀਤੀ ਏ, ਇੱਧਰੋਂ ਉੱਧਰੋਂ ਆਪਣਾ ਸੰਸਾਰ ਰਚ ਕੇ ਬੈਠੇ ਆ, ਆਪਣਾ ਕਰਤਾ ਬਣ ਕੇ ਬੈਠੇ ਆ। ਉਹਦੇ ਤੋਂ ਪਾਰ ਜਾਣ ਦੀ ਕੋਸ਼ਿਸ਼ ਕਰਿਆ ਕਰੋ, ਗੁਰੂ ਦੀ ਮੱਤ ਨੂੰ ਗਹਿਰੇ 'ਚ ਧਾਰਨ ਕਰਿਆ ਕਰੋ। ਜਦੋਂ ਪੀੜਾ ਹੋਵੇ, ਉਦਾਸੀ ਹੋਵੇ, ਦੁੱਖ ਹੋਵੇ, ਤੇ ਬਸ ਇਹੋ ਹੀ ਸਮਝਿਆ ਕਰੋ ਕਿ ਮੇਰਾ ਕੋਈ ਕਦਮ ਗਲਤ ਹੈ। ਤੇ ਇਹ ਪੀੜਾ ਜਿਹੜੀ ਇਹ ਰਹਿਮਤ ਹੈ, ਇਹ ਬਖਸ਼ਿਸ਼ ਹੈ, ਇੱਥੋਂ ਮੈਂ ਕਮਾਉਣਾ ਹੈ ਬਸ। ਕੱਲ ਪਰਸੋਂ ਇਹਨਾਂ ਗੁਰਸਿੱਖਾਂ ਦੇ ਨਾਲ ਕਿਤੇ ਗਏ ਸੀ ਤੇ ਵਾਪਸ ਤੇ ਆਉਂਦਿਆਂ ਇੱਕ ਕਾਰ ਤੇ ਉਹ 4-5 ਬੱਚੇ ਸੀ, ਉਹ ਆਉਂਦੇ ਤੇ ਹਨੇਰਾ ਹੋ ਗਿਆ। ਤੇ ਅਸੀਂ ਚਲੋ ਜਿੱਥੇ ਪ੍ਰੇਮ ਹੋਵੇ ਉੱਥੇ ਫਿਕਰ ਹੁੰਦੀ ਏ। ਫਿਕਰ ਉਹ ਵਾਲੀ ਫਿਕਰ ਨਹੀਂ ਜਿਹੜੀ ਜ਼ਿਆਦਾਤਰ ਜੀ ਕਰਦੇ ਨੇ। ਫਿਕਰ ਬੜਾ ਪ੍ਰੇਮ ਦਾ ਇੱਕ ਸੋਹਣਾ ਜਿਹਾ ਹਿੱਸਾ ਹੁੰਦਾ, ਉਹਦੇ 'ਚ ਬੜਾ ਇਸ਼ਕ ਹੁੰਦਾ, ਬੜੀ ਮੁਹੱਬਤ ਹੁੰਦੀ ਉਹਦੇ 'ਚ। ਤੇ ਅਸੀਂ ਗੁਰਸਿੱਖ ਜਿਹੜੇ ਸਾਡੀ ਕਾਰ 'ਚ ਹੀ ਉਹਨਾਂ ਨੂੰ ਸਮਝਾ ਰਹੇ ਸੀ ਕਿ ਵੇਖੋ ਜਿਵੇਂ ਬੱਚੇ ਗਏ ਹੈ ਨਾ, ਕਿ ਹੁਣ ਉਹਨਾਂ ਦੇ ਪ੍ਰੇਮ ਨੂੰ ਫਿਕਰ ਬਣਿਆ ਹੈ ਕਿ ਉਹ ਇਕੱਲੇ ਨੇ। ਤੇ ਕਾਰ ਦੇ ਵਿੱਚ ਸਾਰੇ ਹੀ ਨਿਆਣੇ ਨੇ, ਇੱਕ ਅੱਧਾ ਸਿਆਣਾ ਜੀ ਨਾਲ ਬਿਠਾ ਲੈਂਦੇ। ਤੇ ਫਿਰ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ, ਚਲੋ ਸਤਿਗੁਰੂ ਭਲਾ ਕਰਿਓ, ਤੇ ਆਪਣੇ ਰੰਗ 'ਚ ਆ ਗਏ। ਪਰ ਜੇ ਕਿਤੇ ਉਹ ਪ੍ਰੇਮ ਦੀ ਜਿਹੜੀ ਫਿਕਰ ਹੈ ਉਹ ਮੰਗ ਬਣ ਜਾਂਦੀ, ਤੇ ਮੰਗ ਬਣਦਿਆਂ ਹੀ ਉਹ ਕ੍ਰੋਧ ਬਣ ਜਾਣਾ ਹੀ, ਤੇ ਫਿਰ ਰਸਤੇ 'ਚ ਖਿੜੇ ਫੁੱਲ ਨਹੀਂ ਦਿਖਣ ਆਉਣੇ। ਰਸਤੇ 'ਚ ਜਿਹੜੇ ਪਹਾੜ ਬਣ ਕੇ ਉਹ ਬੈਠਾ ਹੈ ਉਹ ਨਹੀਂ ਦਿਖਣਾ, ਜਿਹੜੀਆਂ ਉਹ ਨਦੀਆਂ ਦੇ ਵਹਿਣ ਚਲਾ ਰਿਹਾ ਹੈ ਉਹ ਨਹੀਂ ਦਿਖਣਾ, ਜਿਹੜੇ ਰੰਗਾਂ ਦੇ ਵਿੱਚ ਉਹ ਖਿੜਿਆ ਹੈ ਉਹ ਕੁਝ ਨਹੀਂ ਦਿਖਾਈ ਦੇਣਾ। ਫਿਰ ਬਸ ਖਿਜੀ ਜਾਣਾ ਹੀ, ਨਿਆਣਿਆਂ ਨੂੰ ਅਕਲ ਨਹੀਂ, ਨਿਆਣਿਆਂ ਨੂੰ ਉਹ ਨਹੀਂ। ਪਰ ਗਲਤੀ ਕੁਝ ਨਹੀਂ ਹੈ, ਗਲਤੀ ਉਹ ਮੰਗ ਹੈ ਜਿਹੜੀ ਅੰਦਰ ਕਰ ਲਈ, ਜਿਹੜੀ ਜਿੱਦ 'ਚ ਬਦਲ ਜਾਂਦੀ। ਤੇ ਫਿਰ ਘਰ ਆ ਕੇ ਵੀ ਸਾਰੇ ਟੱਬਰ ਨਾਲ ਲੜਾਈ ਪਾ ਲੈਣੀ ਕਿ ਤੁਹਾਨੂੰ ਇੰਨੀ ਅਕਲ ਨਹੀਂ, ਤੁਸੀਂ ਇੱਦਾਂ ਕੀਤਾ, ਤੁਸੀਂ ਆਹ ਕੀਤਾ। ਇੱਕ ਸਿਆਣਾ ਬੰਦਾ ਨਾਲ ਰੱਖ ਲੈਂਦੇ ਭਾਈ। ਤੇ ਥੋੜੀ ਦੇਰ ਬਾਅਦ ਉੱਦਾਂ ਹੀ ਚੇਤਾ ਆਇਆ ਕਿ ਚਲੋ ਫੋਨ ਕਰ ਦਿੰਨੇ ਕਿ ਹੌਲੀ ਜਾਇਓ, ਜ਼ਿਆਦਾ ਤੇਜ਼ ਨਾ ਚਲਾਇਓ। ਤੇ ਫੋਨ ਕੀਤਾ ਬੱਚਿਆਂ ਨੂੰ ਕਿ ਪੁੱਤ ਥੋੜੀ ਜਿਹੀ ਹੌਲੀ ਚਲਾਇਓ, ਬਹੁਤੀ ਤੇਜ਼ ਨਾ ਚਲਾਇਓ। ਤੇ ਜਦੋਂ ਕਿਤੇ ਇੱਦਾਂ ਹਨੇਰਿਆ ਹੋ ਜੇ ਜਾਂ ਲੇਟ ਹੋ ਜਾਈਏ, ਕੋਈ ਇੱਕ ਅੱਧਾ ਸਿਆਣਾ ਜੀ ਜ਼ਰੂਰ ਨਾਲ ਲੈ ਲਈਦਾ ਹੋਈਦਾ। ਤੇ ਉਹ ਜਦੋਂ ਨਾਲ ਦੇ ਬੱਚੇ ਨੂੰ ਕੀਤਾ ਸੀ, ਜਿਹੜਾ ਦੂਜੀ ਧੀ ਗੱਡੀ ਚਲਾਉਂਦੀ ਸੀ, ਉਹਨੂੰ ਨਾ ਕੀਤਾ ਵੀ ਚਲੋ। ਤੇ ਉਹਨੇ ਜਦੋਂ ਉਹਨੂੰ ਦੱਸਿਆ ਤੇ ਉਹਨਾਂ ਨੇ ਉਸੇ ਵੇਲੇ ਵਾਪਸ ਫੋਨ ਕੀਤਾ ਵੀ ਖਾਲਸਾ ਜੀ ਅਸੀਂ ਕਿਤੇ ਇੱਥੇ ਗੱਡੀ ਰੋਕ ਕੇ ਤੇ ਉਡੀਕ ਲਈਏ, ਪਿੱਛੋਂ ਕੋਈ ਕਾਰ ਆਉਂਦੀ ਹੈ ਤੇ ਸਾਡੇ ਨਾਲ ਕੋਈ ਸਿਆਣਾ ਜੀ ਬਿਠਾ ਦਿਓ। ਗੱਲ ਮੁੱਕ ਗਈ। ਮੰਗ ਜਿਹੜੀ ਹੈ ਨਾ, ਜਿਹੜਾ ਕਰਤਾ ਭਾਵ ਹੈ ਉਹ ਬਹੁਤ ਬੁਰਾ ਹੈ। ਉਹ ਆਪ ਜੀ ਦੇ ਸਾਰੇ ਦੁੱਖ ਦਾ ਕਾਰਨ ਹੈ। ਜਿੰਨੀ ਦੇਰ ਤੱਕ ਉਹ ਮੰਗਤਾ ਅੰਦਰ ਰਹੇਗਾ, ਕੁਦਰਤ ਨੇ ਆਪ ਜੀ ਨੂੰ ਮਹਾਰਾਜਾ ਬਣਾਇਆ ਹੈ। ਆਪ ਜੀ ਉਸ ਰਾਮ ਕੀ ਅੰਸ਼ ਹੋ, ਹੈ ਨਾ। ਉਹ ਜਿਹੜਾ ਸਭਨਾਂ ਨੂੰ ਦਾਨ ਦਿੰਦਾ ਹੈ, ਜਿਹਦੇ ਤੋਂ ਸਭ ਪ੍ਰਗਟਾਰਾ ਹੁੰਦਾ ਹੈ, ਆਪ ਜੀ ਉਹਦਾ ਇੱਕ ਸਵਰੂਪ ਹੋ। ਆਪਣੇ ਸਵਰੂਪ ਨੂੰ ਉਹ ਮੰਗਤਾ ਨਹੀਂ ਬਰਦਾਸ਼ਤ ਕਰੇਗਾ। ਜਦੋਂ ਜਦੋਂ ਜੋ ਵੀ ਮਨੁੱਖ ਮੰਗਤਾ ਬਣੇਗਾ, ਉਹਦੇ ਹਿੱਸੇ ਪੀੜਾ ਆਏਗੀ, ਦੁੱਖ ਆਏਗਾ। ਜਿਸ ਦਿਨ ਉਹ ਇਸ਼ਕ ਦੇ ਵਿੱਚ ਜਿਹੜਾ ਇਹ دیਵਾਨਾ ਹੋਏਗਾ, ਮੁਹੱਬਤ ਵੰਡੇਗਾ, ਪ੍ਰੇਮ ਵੰਡੇਗਾ, ਗਿਆਨ ਵੰਡੇਗਾ, ਜਿਸ ਦਿਨ ਉਹ ਦਾਤਾ ਹੋਇਆ, ਉਸ ਦਿਨ ਤੇ ਸਾਰੀ ਕੁਦਰਤ ਉਹਦੇ ਕਦਮ ਚੁੰਮੇਗੀ। ਉਹ ਪਰਮਾਤਮਾ ਖੁਦ ਉਹਦਾ ਆ ਕੇ ਦਾਸ ਬਣੇਗਾ, ਨੌਕਰ ਬਣ ਕੇ ਸੇਵਾ ਕਰੇਗਾ। ਇਹ ਖੇਡ ਦੇ ਬੜੇ ਸੁੰਦਰ ਜਿਹੇ ਰੰਗ ਨੇ, ਮਾਣਿਆ ਕਰੋ, ਮੰਗਤੇ ਨਾ ਬਣਿਆ ਕਰੋ। ਉਹਦੀ ਖੇਡ ਏ, ਉਹਨੇ ਆਪੇ ਖੇਡ ਲੈਣੀ, ਆਪੇ ਕਰਾਈ ਜਾਣੀ।
बस ये कि तुसीं थोड़ा जिहा जिहड़ा है अपनी गुरमत नूं धारण करो, गुरमत अनुसार जीओ, ना कि आसे पासियों जो पिंडां थावां तो इधरों उधरों ही इकट्ठा कीता है, जिहड़े डर इकट्ठे कीते ने वो नहीं। कदी कदी वो डाडे इश्क दी बात ना वो अगे संगत ना करदे ही एक दिन बैठे कि क्या खूबसूरत है ना कि पैंदे खां नूं वो मीरी पीरी दे मालक ने, वो वड जोधा बहु परोपकारी ने, वो कलगियां वाले साहिब ने, वो तख्तां दे मालक ने ना आप पालिया, हथीं गिरियां देनियां लाड़ लडाउणे। क्या खूब इश्क सी ना, कुश्ती करनी, ढह जाना लाड़ लाड़ दे विच ਉਹਦੇ ਕੋਲ। ਉਹਨੂੰ ਭੋਲੇ ਨੂੰ ਕਿਤੇ ਕੁਝ ਰੰਗ ਸਮਝ ਨਾ ਆਏ, ਜਾਂ ਸਤਿਗੁਰੂ ਨੇ ਕਹਿ ਲਓ ਚੁਣ ਲਿਆ ਉਹਨੂੰ ਉਹ ਖੋੜ ਸਮਝਾਉਣ ਵਾਸਤੇ, ਸਾਡੇ ਤੇ ਕਿਰਪਾ ਕਰਨ ਵਾਸਤੇ ਉਹਨੂੰ ਚੁਣ ਲਿਆ, ਤੇ ਉਹਦੇ ਮਨ 'ਚ ਪੈਦਾ ਹੋਇਆ ਕਿ ਮੈਂ ਤਗੜਾ ਹੋ ਗਿਆ। ਜਿੰਨੇ ਪਾਲਿਆ ਏ, ਜਿੰਨੇ ਇੰਨੇ ਲਾੜ ਲੜਾਏ ਨੇ, ਉਹਦੇ ਵਾਸਤੇ ਵਿਉਂਤਾਂ ਬੁਣੀਆਂ ਜਾ ਰਹੀਆਂ ਨੇ ਕਿ ਇਹਨੂੰ ਮਾਰ ਦੇਣਾ, ਇਹਦੇ ਪਰਿਵਾਰ ਨੂੰ ਮਾਰ ਦੇਣਾ। ਫੌਜਾਂ ਇਕੱਤਰ ਕੀਤੀਆਂ ਜਾ ਰਹੀਆਂ ਨੇ, ਦੂਜੀਆਂ ਇੱਧਰੋਂ ਉੱਧਰੋਂ ਫੌਜਾਂ ਦਾ ਸਹਾਇਤਾ ਲਈ ਜਾ ਰਹੀ ਹੈ, ਤੇ ਇਕੱਠ ਕਰਕੇ ਤੇ ਹਮਲਾ ਕਰ ਦਿੱਤਾ। ਤੇ ਚਲੋ ਸਤਿਗੁਰੂ ਕਰਤਾਰਪੁਰ ਸਾਹਿਬ ਦੀ ਜੰਗ ਦੇ ਵਿੱਚ ਵੇਖੋ ਉਹਦਾ ਇੱਕ ਦਾਅ ਹੁੰਦਾ ਸੀ, ਇਤਿਹਾਸ ਦੇ ਵਿੱਚ ਜ਼ਿਕਰ ਹੈ ਕਿ ਉਹ ਘੋੜੇ ਦੇ ਥੱਲੇ ਵੜ ਜਾਂਦਾ ਦੌੜ ਕੇ, ਤੇ ਘੋੜੇ ਸਣੇ ਘੋੜ ਸਵਾਰ ਨੂੰ ਚੁੱਕ ਕੇ ਪਲਟ ਦਿੰਦਾ ਤੇ ਥੱਲੇ ਦੇ ਦਿੰਦਾ ਘੋੜੇ ਨੂੰ। ਤਾਂ ਉਹਨੇ ਸੋਚਿਆ ਇਹਨੂੰ ਤਾਂ ਮੈਂ ਢਾਹ ਲੈਣਾ, ਮੇਰੇ 'ਚ ਤਾਕਤ ਬਹੁਤ ਹੈ। ਉਹਨੂੰ ਕੀ ਪਤਾ ਸੀ ਕਿ ਇਹ ਤਰਲੋਕਾਂ ਦਾ ਮਾਲਕ ਹੈ, ਇਹਨੂੰ ਚੁੱਕ ਲੈਣਾ ਸੌਖੀ ਜੀ ਬਾਤ ਨਹੀਂ, ਇਹ ਤੇ ਮੌਜ 'ਚ ਢਹਿ ਜੇ ਤੇ ਢਹਿ ਜੇ, ਨਹੀਂ ਤੇ ਇਹ ਕਿਤੇ ਟੱਟਦਾ। ਤੇ ਜਦੋਂ ਘੋੜੇ ਥੱਲੇ ਵੜਨ ਲੱਗਾ, ਸਤਿਗੁਰੂ ਦੇ ਹੱਥ 'ਚ ਢਾਲ ਸੀ, ਤੇ ਢਾਲ ਮਾਰੀ, ਢਾਲ ਨਾਲ ਮਦਹੋਸ਼ ਜਿਹਾ ਹੋਇਆ ਏ, ਬੁਰਾ ਹਾਲ ਹੋਇਆ ਏ, ਡਿੱਗ ਪਿਆ। ਤੇ ਸਤਿਗੁਰੂ ਆਪ ਜੰਗ ਦੇ ਮੈਦਾਨ 'ਚ ਵੇਖੋ, ਜਿੱਥੇ ਜੰਗ ਦੀ ਖੇਡ ਏ, ਜੰਗ ਰੀਝ ਨਾਲ ਖੇਡਦੇ ਨੇ, ਉਹਦੇ 'ਚ ਕੋਈ ਬੇਈਮਾਨੀ ਨਹੀਂ, ਪੂਰੀ ਪ੍ਰੇਮ ਨਾਲ ਖੇਡਦੇ ਨੇ। ਤੇ ਜਿਹੜੀ ਇਸ਼ਕ ਦੀ ਖੇਡ ਨੇ, ਉਹ ਆਪਣੀ ਇਸ਼ਕ ਦੀ ਪੂਰੀ ਖੇਡਦੇ ਨੇ। ਉਤਰ ਕੇ ਢਾਲ ਦੀ ਛਾਂ ਕੀਤੀ, ਆਪਣੀ ਗੋਦ 'ਚ ਉਹਦਾ ਸਿਰ ਰੱਖਿਆ, ਤੇ ਫੇਰ ਇਸ਼ਕ ਲੜਾਇਆ। ਤੇ ਕਦੀ ਇਹੀ ਸੋਚਦੇ ਨਹੀਂ ਕਿ ਉਹ ਡਾਢਾ ਸਾਨੂੰ ਕਿੰਨਾ ਕੁ ਗਹਿਰਾ ਇਸ਼ਕ ਸਿਖਾ ਗਿਆ। ਅਸੀਂ ਤੇ ਨਿੱਕੀਆਂ ਨਿੱਕੀਆਂ ਗੱਲਾਂ ਤੇ ਉਲਝ ਜਾਂਦੇ, ਫਲਾਣੇ ਨੇ ਸਾਡੀ ਨਿੰਦਿਆ ਕਰਤੀ, ਫਲਾਣਾ ਸਾਡੇ ਨਾਲ ਨਫ਼ਰਤ ਕਰਦਾ। ਤੁਸੀਂ ਸੋਚੋ ਘਰ ਛੱਡਣੇ ਪਏ, ਧੀ ਦੇ ਵਿਆਹ ਤੇ ਵੀ ਖਲਲ ਪਿਆ, ਫੌਜਾਂ ਲੈ ਕੇ ਕੋਈ ਆ ਰਿਹਾ ਏ ਮਾਰਨ ਵਾਸਤੇ, ਉਹ ਜਿਹੜਾ ਹੱਥੀਂ ਪਾਲਿਆ ਏ, ਕੋਈ ਦੂਜਾ ਨਹੀਂ, ਉਹ ਜਿਹੜਾ ਹੱਥੀਂ ਪਾਲਿਆ। ਤੇ ਫਿਰ ਆਖਰੀ ਸਮੇਂ ਤੇ ਫਿਰ ਉਹਦੇ ਨਾਲ ਪ੍ਰੇਮ ਕਰਦੇ, ਫਿਰ ਉਹਨੂੰ ਗੋਦ ਜਿਹੜੀ ਏ ਬਖਸ਼ਦੇ, ਫਿਰ ਉੱਤੇ ਰਹਿਮਤ ਵਰਸਾਉਂਦੇ। ਅਸੀਂ ਅਜੇ ਕਿੱਥੇ ਗੁਰੂ ਤੋਂ ਸਿੱਖਿਆ ਇਸ਼ਕ ਕਰਨਾ? ਅਸੀਂ ਤੇ ਨਾ ਖਿਮਾ ਸਿੱਖੀ, ਨਾ ਮੁਹੱਬਤ ਸਿੱਖੀ, ਨਾ ਪ੍ਰੇਮ ਸਿੱਖਿਆ, ਨਾ ਦਇਆ ਸਿੱਖੀ। ਅਸੀਂ ਗੱਲਾਂ ਬਾਤਾਂ ਸਿੱਖ ਹੋ ਗਏ। ਸਤਿਗੁਰੂ ਦੀਆਂ ਉਹ ਜਿਹੜੀਆਂ ਕਲਾ ਨੇ, ਉਹ ਜਿਹੜੇ ਰੰਗ ਨੇ, ਉਹ ਧਾਰਨ ਨਹੀਂ ਕਰ ਰਹੇ। ਤੇ ਇਹ ਸਾਰੇ ਜਗਤ ਦਾ ਰੌਲਾ ਹੈ, ਹਰ ਧਰਮ ਦਾ ਰੌਲਾ ਹੈ। ਵੈਸੇ ਹਰ ਧਰਮ ਸ਼ਬਦ ਤੇ ਗਲਤ ਹੈ, ਕਿਉਂਕਿ ਧਰਮ ਤੇ ਇੱਕ ਹੀ ਹੈ ਕਿ ਉਹਦੇ ਹੋ ਜਾਣਾ, ਉਹਦੇ ਤੋਂ ਬਲਹਾਰੇ ਜਾਣਾ, ਉਹਦੇ ਨਾਲ ਇਸ਼ਕ ਕਰਨਾ। ਈਸਾਈ ਨੇ ਵੀ ਉਹ ਕਰਨਾ, ਮੁਸਲਮਾਨ ਨੇ ਵੀ ਉਹ ਕਰਨਾ, ਸਭਨਾਂ ਨੇ ਉਹ ਹੀ ਕਰਨਾ। ਤੇ ਜੇ ਸਤਿਗੁਰੂ ਨੇ ਰਹਿਮਤ ਕੀਤੀ ਏ, ਆਪ ਜੀ ਤੱਕ ਕੋਈ ਉਪਦੇਸ਼ ਲੈ ਕੇ ਸਤਿਗੁਰੂ ਨੇ ਆਏ ਨੇ, ਤੇ ਬਸ ਕੋਈ ਰੰਗ ਜਿਹੜਾ ਹੈ ਆਪ ਜੀ ਨੂੰ ਸਮਝਾਇਆ ਹੈ। ਜਰੀਆ ਕੋਈ ਵੀ ਹੋਵੇ, ਉਹਨੂੰ ਜਰੀਆ ਦੀ ਕਮੀ ਨਹੀਂ। ਸਾਡੇ ਵਰਗੇ ਬੇਅੰਤ ਜਰੀਏ ਨੇ, ਆਪ ਜੀ ਦੀ ਸੁਰਤ 'ਚ ਵੀ ਉਹ ਭੇਜ ਸਕਦਾ ਹੈ, ਤੇ ਉਹਦੀ ਵਡਿਆਈ ਹੈ ਜਾਂ ਮਹਿਮਾ ਹੈ, ਉਹ ਇੱਕ ਖੇਡ ਰਚਦਾ, ਉਹ ਵੀ ਉਹਦੀ ਖੇਡ ਹੈ। ਕਿਸੇ ਸਮੇਂ ਤੇ ਜਾ ਕੇ ਆਪ ਜੀ ਨੂੰ ਵਡਿਆਈ ਦੀ ਜ਼ਰੂਰਤ ਨਹੀਂ ਹੁੰਦੀ, ਕਿਉਂਕਿ ਕੋਈ ਵਡਿਆਏਗਾ ਆਪ ਜੀ ਨੂੰ ਤੇ ਕੀ ਵਡਿਆਏਗਾ? ਆਪ ਜੀ ਦੇ ਸਰੀਰ ਨੂੰ ਵਡਿਆ ਦੇਗਾ।
ਇਹ ਤੇ ਪੰਜ ਤੱਤ ਉਦਾਂ ਦੇ ਹੀ ਨੇ ਜਿੱਦਾਂ ਦੇ ਤੁਹਾਡੇ ਕੋਲ ਨੇ। ਇੱਕ ਪੰਜਾਂ ਤੱਤਾਂ ਦਾ ਆਕਾਰ ਬਣਿਆ ਏ, ਉਹ ਇੱਕ ਦਿਨ ਮਿਟ ਜਾਣਾ ਵਾਪਸ, ਫਿਰ ਉਹਨਾਂ 'ਚ ਚਲੇ ਜਾਣਾ। ਵਡਿਆਓਗੇ ਕਿਹਨੂੰ? ਅਸਲ ਵਡਿਆਈ ਤੇ ਉਹਦੀ ਮਹਿਮਾ ਦੀ ਇਹਨਾਂ ਕਿ ਜਿਹੜਾ ਸੰਦੇਸ਼ ਆਪ ਜੀ ਤੱਕ ਪਹੁੰਚਿਆ, ਜਿਹੜਾ ਜੀਵਨ ਦਾ ਮਾਰਗ ਆਪ ਜੀ ਤੱਕ ਆਇਆ, ਜਿਹੜੇ ਉਹ ਆਪ ਜੀ ਦੀ ਬਾਂਹ ਪਕੜਨ ਵਾਲਾ ਕੋਈ ਕਾਰਜ ਕਿਸੇ ਰੰਗ ਥਰੂ ਆਪ ਜੀ ਤੱਕ ਪਹੁੰਚਿਆ, ਤੇ ਉਹ ਕੁਝ ਵੀ ਹੋ ਸਕਦਾ ਹੈ। ਇਹ ਕਰਕੇ ਜਿਹੜੇ ਸਾਧੂ ਉਸ ਰੰਗ, ਉਸ ਪਿਆਰੇ ਦੀ ਮਹਿਮਾ ਨੂੰ ਮਾਣ ਲੈਂਦੇ, ਉਹਦੀ ਖੇਡ ਨੂੰ ਜਾਂ ਰੰਗ ਮਾਣ ਲੈਂਦੇ ਨਾ, ਉਹ ਇਹ ਭਰਮਾਂ 'ਚ ਨਹੀਂ ਪੈਂਦੇ। ਉਹਨਾਂ ਨੂੰ ਪਤਾ ਹੈ ਕਿ ਜਦੋਂ ਮੌਜ ਹੋਈ ਉਹਨੇ ਜਿਹੜੇ ਮਰਜ਼ੀ ਸਰੀਰ 'ਚ ਫੇਰ ਪ੍ਰਗਟ ਕਰ ਦੇਣਾ। ਕੋਈ ਗਿਆਨ ਪ੍ਰਗਟ ਕਰੇਗਾ, ਕਿਤੇ ਕੋਈ ਆਪਣਾ ਰੰਗ ਪ੍ਰਗਟ ਕਰੇਗਾ। ਜਿਵੇਂ ਫੁੱਲਾਂ ਦੇ ਵਿੱਚ ਅਲੱਗ-ਅਲੱਗ ਖੁਸ਼ਬੂ ਪ੍ਰਗਟ ਕਰ ਦਿੰਦਾ ਨਾ, ਬਸ ਇੱਦਾਂ ਹੀ ਇਹ ਉਹਦੀ ਲੀਲਾ ਹੈ, ਇਹ ਉਹਦੀ ਖੇਡ ਹੈ, ਇੱਦਾਂ ਹੀ ਚੱਲਦੀ ਹੈ। ਪਰ ਜਿਹੜੀ ਕੀਮਤੀ ਬਾਤ ਹੈ ਉਹ ਇਹ ਕਿ ਜੇ ਆਪ ਜੀ ਤੱਕ ਕੁਝ ਪਹੁੰਚਦਾ ਹੈ, ਆਪ ਜੀ ਦੀ ਬਾਂਹ ਪਕੜਦਾ ਹੈ, ਆਪ ਜੀ ਨੂੰ ਰਸਤਾ ਦਿਖਾਉਂਦਾ ਹੈ, ਤੇ ਇਹਦਾ ਮਤਲਬ ਇੱਕੋ ਹੀ ਹੈ ਕਿ ਉਹ ਆਪ ਜੀ ਨੂੰ ਮਿਲਣਾ ਚਾਹੁੰਦਾ ਹੈ। ਸੁਨੇਹਾ ਹੈ ਕਿ ਆਪ ਜੀ ਛੇਤੀ ਆਓ, ਆਪ ਜੀ ਇਹਨੂੰ ਕਰੋ ਤੇ ਕਿਤੇ ਸੰਸਾਰ ਦੀਆਂ ਆਦਤਾਂ 'ਚੋਂ, ਆਪਣੇ ਇਸ ਜਨਮ ਦੀਆਂ ਆਦਤਾਂ 'ਚੋਂ ਅਵੇਸਲੇ ਜੇ ਬਣ ਕੇ ਨਾ ਰਿਓ। ਕਮਾਇਓ ਤਗੜੇ ਹੋ ਕੇ, ਸਾਰੇ ਗੁਣਾਂ ਦੀ ਰੰਗਾਂ ਨੂੰ, ਮਹਿਮਾ ਨੂੰ ਰੀਝ ਨਾ ਕਮਾਇਓ ਬਸ। ਤੇ ਦੁੱਖ ਦੱਖ ਨਹੀਂ ਕਿਸੇ ਚੀਜ਼ ਦਾ, ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਾ। ਜਦੋਂ ਦੁੱਖ ਆਵੇ ਕੋਈ ਸਮਝ ਲੈਣਾ ਕਿ ਮੈਂ ਕਿਤੇ ਕਰਤਾ ਬਣ ਗਿਆ, ਮੈਂ ਕਿਤੇ ਮੰਗਤਾ ਬਣ ਗਿਆ। ਉਹਦਾ ਸਵਰੂਪ ਮੰਗਤਾ ਨਹੀਂ ਹੋ ਸਕਦਾ, ਜਿਵੇਂ ਉਹਦਾ ਪੋਤੇ ਤੇ ਮੰਗਤਾ ਨਹੀਂ ਹੋ ਸਕਦਾ। ਵਾਹਿਗੁਰੂ।